ਫਿਰ ਉਹ ਮੁਸ਼ਤਾਕ ਜੱਟ ਨਾਮੀ ਜਿਹੜਾ ਸ਼ਖਸ ਕਤਲ ਹੋਇਆ ਸੀ 25 ਸਾਲ ਪਹਿਲੇ, ਉਹਨੂੰ ਕਿਹਨੇ ਕਤਲ ਕੀਤਾ ਸੀ ਤੇ ਕਿਵੇਂ ਕਤਲ ਹੋਇਆ? ਮੁਸ਼ਤਾਕ ਜੱਟ ਸਾਹਿਬ ਇੱਕ ਪੜ੍ਹੇ ਲਿਖੇ ਹੋ ਕੇ ਮਾਸਟਰ ਹੋ ਕੇ ਇਹਨਾਂ ਨੇ ਉਹਦੇ ਮੂੰਹ ਦੇ ਵਿੱਚ ਸਾਰੀ ਆਵਾਮ ਬਲਕਿ ਪੂਰੇ 70 ਚੱਕ ਰੱਤੀ ਰੱਤਾ ਜਿਹੜਾ ਇਸ ਚੀਜ਼ ਦਾ ਅਗਵਾਹ ਵਾ ਉਹਦੇ ਮੂੰਹ ਦੇ ਵਿੱਚ ਪਿਸ਼ਾਬ ਕੀਤਾ ਗਿਆ ਸੀ ਪਾਣੀ ਦੀ ਜਗ੍ਹਾ ਤੇ। ਬਲੈਕਮੇਲ ਬੰਦਿਆਂ ਨੂੰ ਕਰਦੇ ਨੇ, ਜਿਹੜਾ ਤੇ ਕੁਛ ਹੈ ਬਲੈਕਮੇਲ ਹੀ ਜਾਣ ਕੇ ਦੇ ਦਿੰਦਾ ਪੈਸੇ ਵਗੈਰਾ, ਉਹਦੇ ਨਾਲ ਉਹ ਠੀਕ ਹੋ ਜਾਂਦੇ ਨੇ। ਪਿਸ਼ਾਬ ਕਰ ਲਿਆ, ਫਿਰ ਉਹ ਨੀਚੇ ਪਿਆ ਲੇਟਿਆ ਹੋਇਆ ਇਹ ਗੱਲ ਕਹਿ ਰਿਹਾ ਸੀ ਕਿ ਮੁਸ਼ਤਾਕ ਮੈਨੂੰ ਮਾਰ ਦੇ, ਅਗਰ ਮੈਂ ਬਚ ਗਿਆ ਤੇ ਤੂੰ ਨਹੀਂ ਬਚਣਾ। ਤੇ ਅੱਜ ਬੈਠੇ ਉਹਦੇ ਕਤਲ ਦੇ ਕੇਸ ਦੇ ਵਿੱਚ ਅਸੀਂ ਜਨਾਬ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂਗਾ, ਨਾ ਅਸੀਂ ਕਿਸੇ ਨੂੰ ਕਤਲ ਕਰਵਾਇਆ ਤੇ ਨਾ ਅਸੀਂ ਕਰਦੇ ਹਾਂ ਜੀ ਇਸ ਤਰ੍ਹਾਂ ਦੇ ਕੰਮ। अस्सलाम वालेकुम नाज़रीन, मैं हूं एडी मलिक और फैसलाबाद के थाना सत्याना की हदूद में 6 रोज़ पहले 4 अफराद को गोलियां मारकर कत्ल कर दिया। उन 4 अफराद को कत्ल करने वाला मुलज़म तोकीर नामी सोशल मीडिया पर एतराफ़ जुर्म करता है। न सिर्फ एतराफ़ जुर्म करता है बल्कि वो कानून नाफिज करने वाले अदारों को भी खुला चैलेंज देता है। मेरे साथ इन 4 अफराद के लवाहिकीन और इस मुकदमा के मुद्दई मौजूद हैं। हम इनसे ये सारा वाक़या जानते हैं कि इस दुश्मनी का आगाज़ जो आपके बारे में बताया जा रहा है कि 20 साल पुरानी दुश्मनी का शाखसाना 4 अफराद की जान ले गया, इसमें कितनी सदाकत है? क्या इस सन्यारा फैमिली की किसी के साथ कोई दुश्मनी थी जिस वजह से इनके 4 अफराद कत्ल हुए हैं, या फिर कत्ल करने वाले मुलजमान का मकसद कुछ और था? सारी कहानी हम इन्हीं से जानते हैं। अस्सलाम वालेकुम जी। ਵਾਲੇਕੁਮ ਸਲਾਮ ਜੀ। सर क्या नाम है आपका? ਨਦੀਮ ਜੀ। ਨਦੀਮ ਸਾਹਿਬ, ਮੈਨੂੰ ਤੁਸੀਂ ਦੱਸੋ ਕਿ ਇਹ ਜਿਹੜੇ 4 ਅਫਰਾਦ ਕਤਲ ਹੋਏ ਨੇ, ਇਹਨਾਂ ਦੇ ਵਿੱਚ ਤੁਹਾਡੀ ਇਹਨਾਂ ਦੇ ਨਾਲ ਕੀ ਤਾਲੁਕ ਹੈ, ਕੀ ਰਿਸ਼ਤੇਦਾਰੀ ਜੇ? ਮੇਰੇ 2 ਭਾਈ ਸੀ ਜੀ, ਅੱਛਾ, ਬਾਕੀ 2 ਜਿਹੜੇ ਨੇ ਸਾਡੇ ਅਜ਼ੀਜ਼ ਸਨ ਜੀ। ਠੀਕ ਹੈ ਜੀ 4 ਬੰਦੇ ਕਤਲ ਕੀਤੇ ਗਏ ਨੇ ਜੀ। ਅੱਛਾ, ਇਹ 4 ਬੰਦੇ ਜਿਹੜੇ ਕਤਲ ਹੋਏ ਨੇ, ਇਹਨਾਂ ਨੂੰ ਜਿਨ੍ਹਾਂ ਨੇ ਕਤਲ ਕੀਤਾ ਹੈ, ਇਹ ਕੌਣ ਨੇ ਤੇ ਤੁਹਾਡੀ ਇਹਨਾਂ ਦੇ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ? ਨਹੀਂ ਜੀ, ਸਾਡੀ ਕਿਸੇ ਕਿਸਮ ਦੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਜੀ। ਇਹ ਸਾਡੇ ਨਜ਼ਦੀਕ 15 ਚੱਕ ਹੈ ਜੀ, ਸਾਡੇ ਤੋਂ 2 ਕਿਲੋਮੀਟਰ ਤੇ। ਅੱਛਾ, ਉਹ ਬਸ ਉਹ ਆਪਣੀ ਖੌਫੋ ਹਰਾਸਤ ਫੈਲਾਉਣ ਵਾਸਤੇ ਨਾ ਜੀ ਬਲੈਕਮੇਲ ਬੰਦਿਆਂ ਨੂੰ ਕਰਦੇ ਨੇ, ਜਿਹੜਾ ਤੇ ਕੁਛ ਹੈ ਬਲੈਕਮੇਲ ਹੀ ਜਾਣ ਕੇ ਦੇ ਦਿੰਦਾ ਪੈਸੇ ਵਗੈਰਾ, ਉਹਦੇ ਨਾਲ ਉਹ ਠੀਕ ਹੋ ਜਾਂਦੇ ਨੇ। ਜਿਹੜਾ ਕੋਈ ਨਹੀਂ ਦਿੰਦਾ ਉਹਨੂੰ ਜਨਾਬ ਆਪਣਾ ਨਜਾਇਜ਼ ਤੰਗ ਕਰਦੇ ਨੇ, ਕਤਲੋ ਇਹ ਮੁਸ਼ਤਾਕ ਜੱਟ ਨਾਮੀ ਜਿਹੜਾ ਅੱਜ ਤੋਂ ਕੋਈ 20-25 ਸਾਲ ਪਹਿਲੇ ਕਤਲ ਹੋਇਆ ਸੀ, ਇਹਦੇ ਕਤਲ ਪਿੱਛੇ ਵੀ ਤੁਹਾਡਾ ਕੋਈ ਹੱਥ ਸੀ, ਕੋਈ ਤੁਹਾਡਾ ਕੋਈ ਲੈਣ ਦੇਣ ਸੀ? ਜਨਾਬ ਅਗਰ ਸਾਡਾ ਕੋਈ ਹੱਥ ਹੁੰਦਾ ਤੇ ਸਾਡੇ ਤੇ ਕੋਈ FIR ਵਗੈਰਾ ਕੋਈ ਹੋਰ ਕੋਈ ਮਤਲਬ ਇਹਨਾਂ ਦਾ ਸਿਲਸਿਲਾ ਹੁੰਦਾ, ਅਸੀਂ ਆਪਣਾ ਅੰਦਰ ਹੁੰਦੇ ਅੱਜ ਬੈਠੇ ਉਹਦੇ ਕਤਲ ਦੇ ਕੇਸ ਦੇ ਵਿੱਚ। ਅਸੀਂ ਜਨਾਬ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂਗਾ, ਨਾ ਅਸੀਂ ਕਿਸੇ ਨੂੰ ਕਤਲ ਕਰਵਾਇਆ ਤੇ ਨਾ ਅਸੀਂ ਕਰਦੇ ਹਾਂ ਜੀ ਇਸ ਤਰ੍ਹਾਂ ਦੇ ਕੰਮ। ਫਿਰ ਉਹ ਮੁਸ਼ਤਾਕ ਜੱਟ ਨਾਮੀ ਜਿਹੜਾ ਸ਼ਖਸ ਕਤਲ ਹੋਇਆ ਸੀ 25 ਸਾਲ ਪਹਿਲੇ, ਉਹਨੂੰ ਕਿਹਨੇ ਕਤਲ ਕੀਤਾ ਸੀ ਤੇ ਕਿਵੇਂ ਕਤਲ ਹੋਇਆ? ਹਫੀਜ਼ ਨਾਮੀ ਲੜਕਾ ਸੀ ਜੀ, ਅਰਾਈ ਫੈਮਿਲੀ ਦਾ। ਠੀਕ ਹੈ, ਉਹਨਾਂ ਨੇ ਉਹਨੂੰ ਕਤਲ ਕੀਤਾ ਸੀ ਜੀ। ਹਫੀਜ਼ ਨੇ ਜਿਹੜਾ ਹੈਗਾ ਨਾ, ਅੱਛਾ, हफीज़ अमजद वगैरह इन्होंने कत्ल किया था। ਮੁਸ਼ਤਾਕ ਜੱਟ ਪੇਸ਼ੇ ਦੇ ਲਿਹਾਜ਼ ਨਾਲ ਇੱਕ ਸਕੂਲ ਟੀਚਰ ਸੀ ਜੀ, ਤੇ ਸਕੂਲ ਟੀਚਰ ਦੀ ਕਿਵੇਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋ ਸਕਦੀ ਹੈ ਤੇ ਫਿਰ ਉਹਦਾ ਕਤਲ ਹੋ ਸਕਦਾ ਹੈ ਜੀ? ਸਰ ਉਹ ਆਪਣਾ ਇਹਨਾਂ ਨੇ ਪਹਿਲੇ ਹਫੀਜ਼ ਨੂੰ ਨਾ ਆਪਣੇ ਘਰ ਬੁਲਾ ਕੇ ਤੇ ਮਾਰਿਆ ਕੁੱਟਿਆ ਸੀ, ਜਿਹੜੇ ਮੁਸ਼ਤਾਕ ਜੱਟ ਸਾਹਿਬ ਸੀ। ਅੱਛਾ, ਇਹਨਾਂ ਨੇ ਮਾਰ ਕੁੱਟ ਕੇ ਤੇ ਉਹਨੂੰ ਬਾਹਰ ਰੋਡ ਦੇ ਉੱਤੇ ਸਿੱਟ ਦਿੱਤਾ। ਰੋਡ ਦੇ ਉੱਤੇ ਆਵਾਮ ਇਕੱਠੀ ਹੋ ਗਈ ਤੇ ਉਹ ਪਾਣੀ ਮੰਗ ਰਿਹਾ ਸੀ ਕਿ ਮੈਨੂੰ ਪਾਣੀ ਦੇ ਦਿਓ, ਮੈਨੂੰ ਪਾਣੀ ਦੇ ਦਿਓ। ਹਫੀਜ਼ ਪਾਣੀ ਮੰਗ ਰਿਹਾ ਸੀ? ਹਫੀਜ਼ ਪਾਣੀ ਮੰਗ ਰਿਹਾ ਸੀ, ਜਿਹਨੂੰ ਇਹਨਾਂ ਨੇ ਘਰ ਬੁਲਾ ਕੇ ਮਤਲਬ ਮਾਰਿਆ ਕੁੱਟਿਆ ਸੀ। ਉਹ ਪਾਣੀ ਮੰਗ ਰਿਹਾ ਸੀ ਤੇ ਮੁਸ਼ਤਾਕ ਜੱਟ ਸਾਹਿਬ ਇੱਕ ਪੜ੍ਹੇ ਲਿਖੇ ਹੋ ਕੇ ਮਾਸਟਰ ਹੋ ਕੇ ਇਹਨਾਂ ਨੇ ਉਹਦੇ ਮੂੰਹ ਦੇ ਵਿੱਚ ਸਾਰੀ ਆਵਾਮ ਬਲਕਿ ਪੂਰੇ 70 ਚੱਕ ਰੱਤੀ ਰੱਤਾ ਜਿਹੜਾ ਇਸ ਚੀਜ਼ ਦਾ ਅਗਵਾਹ ਵਾ, ਉਹਦੇ ਮੂੰਹ ਦੇ ਵਿੱਚ ਪਿਸ਼ਾਬ ਕੀਤਾ ਗਿਆ ਸੀ ਪਾਣੀ ਦੀ ਜਗ੍ਹਾ ਤੇ। ਹਫੀਜ਼ ਦੇ ਮੂੰਹ ਦੇ ਵਿੱਚ? ਹਫੀਜ਼ ਦੇ ਮੂੰਹ ਦੇ ਵਿੱਚ ਜਦੋਂ ਪਿਸ਼ਾਬ ਕਰ ਲਿਆ, ਫਿਰ ਉਹ ਨੀਚੇ ਪਿਆ ਲੇਟਿਆ ਹੋਇਆ ਇਹ ਗੱਲ ਕਹਿ ਰਿਹਾ ਸੀ ਕਿ ਮੁਸ਼ਤਾਕ ਮੈਨੂੰ ਮਾਰ ਦੇ, ਅਗਰ ਮੈਂ ਬਚ ਗਿਆ ਤੇ ਤੂੰ ਨਹੀਂ ਬਚਣਾ। ਮੈਨੂੰ ਮਾਰ ਦੇ, ਅਗਰ ਮੈਂ ਬਚ ਗਿਆ ਤੇ ਤੂੰ ਨਹੀਂ ਬਚਣਾ। ਲੇਕਿਨ ਇਹਨਾਂ ਨੇ ਮਾਰਿਆ ਨਹੀਂ, ਉਹਦੇ ਨਾਲ ਕਾਫੀ ਜ਼ਿਆਦਤੀ ਕੀਤੀ, ਪਿਸ਼ਾਬ ਦੀ ਹੱਦ ਤੱਕ ਉਹਦੇ ਮੂੰਹ 'ਚ ਕੀਤਾ ਗਿਆ। ਜਦੋਂ ਉਹ ਠੀਕ ਹੋਇਆ 15 ਤੋਂ 20 ਦਿਨ ਬਾਅਦ, ਗਰੀਬ ਆਦਮੀ ਸੀ, ਉਹਦੇ ਕੋਲ ਦਵਾਈ ਜੋਗੇ ਵੀ ਪੈਸੇ ਨਹੀਂ ਸੀ ਹੈ ਹਫੀਜ਼ ਦੇ ਕੋਲ। ਉਹਨੂੰ ਜੱਟ ਬਰਾਦਰੀ ਦੇ ਹਾਜੀ ਅਸਲਮ ਇਹ ਉਹ ਵਗੈਰਾ ਵਗੈਰਾ ਬੰਦਿਆਂ ਨੇ ਉਹਨੂੰ ਦਵਾਈ ਵੀ ਲੈ ਕੇ ਦਿੱਤੀ ਹੈ। 15 ਦਿਨ ਤੋਂ ਬਾਅਦ ਜਦੋਂ ਉਹ ਠੀਕ ਹੋਇਆ, ਉਹਨਾਂ ਨੇ ਆਪਣਾ ਮਨਸੂਬਾ ਬਣਾ ਕੇ ਰਾਣਾ ਫੈਮਿਲੀ ਤੇ ਅਰਾਈ ਫੈਮਿਲੀ ਨੇ ਇਸ ਅਬਾਸ ਨੂੰ ਜਿਹੜਾ ਜੀ ਬਾਸਾ ਮੁਸ਼ਤਾਕ ਜੱਟ, ਇਹਨੂੰ ਬਾਸਾ ਕਹਿੰਦੇ ਸੀ ਜੀ। ਹਾਂਜੀ, ਗੰਦਾ ਇਨਸਾਨ ਸੀ ਜੀ। ਅੱਛਾ, ਹਾਂਜੀ। ਉਹ ਸਕੂਲ ਟੀਚਰ ਸੀ ਤੇ ਕਿਵੇਂ ਸਰਕਾਰੀ ਮੁਲਾਜ਼ਮ ਹੋ ਕੇ ਇਸ ਤਰ੍ਹਾਂ ਦੀ ਹਰਕਤਾਂ ਕਰ ਸਕਦਾ ਸੀ? ਸਰ ਗੰਦਾ ਇਨਸਾਨ ਸੀ ਤੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਨਾ ਜੀ, ਗਿਰੀ ਹੋਈ ਇਹ ਪਿਸ਼ਾਬ ਕਰਨ ਵਾਲੀ ਜਿਹੜੀ ਉਹਦੇ ਮੂੰਹ 'ਚ ਬੱਚੇ ਦੇ ਪਿਸ਼ਾਬ ਕੀਤਾ ਸੀ। ਯਤੀਮ ਹੈਗਾ ਸੀ ਉਹ। ਅੱਛਾ, ਤੁਹਾਡੇ ਜਿਹੜੇ 4 ਅਫਰਾਦ ਕਤਲ ਹੋਏ ਨੇ, ਇਹਨਾਂ ਦਾ ਜਿਹੜਾ ਮੁਕੱਦਮਾ ਔਰ ਇਸ ਮੁਕੱਦਮੇ ਦੇ ਵਿੱਚ ਜਿਹੜਾ ਨਾਮਜ਼ਦ ਮੁਲਜ਼ਮ
ਉਮਰ ਫਾਰੂਕ ਜੀ ਹੈ, ਉਹਦਾ ਕੀ ਤਾਲੁਕ ਹੈ? ਕਿਉਂਕਿ ਉਹ ਤੇ ਜੇਲ੍ਹ ਦੇ ਵਿੱਚ ਹੀ ਗਏ ਤੇ ਉਹ ਜੇਲ੍ਹ ਦੇ ਵਿੱਚ ਰਹਿ ਕੇ ਇਹ 4 ਅਫਰਾਦ ਕਤਲ ਕਰਵਾ ਸਕਦਾ ਹੈ? 4 ਅਫਰਾਦ ਉਹਨੇ ਕਰਵਾਏ ਆ ਜੀ, ਉੱਥੇ ਬੈਠਾ ਨੈਟਵਰਕ ਚਲਾਉਣ ਡਿਆ। ਜੇਲ੍ਹ ਦੇ ਵਿੱਚ ਬੈਠ ਕੇ ਨੈਟਵਰਕ ਚਲਾ ਰਹੇ? ਜੇਲ੍ਹ ਦੇ ਵਿੱਚ ਬੈਠ ਕੇ ਜੀ। ਸਾਡੀ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬਹਿ ਕੇ, ਨਾ ਉੱਥੇ ਕੋਈ ਟੈਲੀਫੋਨ ਦੀ ਸਹੂਲਤ ਹੈ, ਨਾ ਉਹ ਇੰਟਰਨੈਟ ਦੀ ਸਹੂਲਤ ਹੈ? ਟੈਲੀਫੋਨ ਦੀ ਵੀ ਸਹੂਲਤ ਆ ਜੀ, ਟੈਲੀਫੋਨ ਵੀ ਹੋ ਰਿਹਾ। ਫਿਰ ਇੱਥੇ ਆਂਦੇ ਨੇ ਆਪਣਾ ਜਦੋਂ ਤਰੀਕ ਤੇ ਪੇਸ਼ੀ ਤੇ ਆਂਦੇ, ਉੱਥੇ ਅੱਗੇ ਬੰਦੇ ਜਾਂਦੇ ਨੇ ਤੇ ਜਿਹੜੇ ਨੇ ਬੰਦੇ ਰੱਖੇ ਹੋਏ ਅੱਗੋਂ ਗੈਂਗ, ਅੱਛਾ, ਉਹ ਇੱਥੇ ਮਿਲਣ ਜਾਂਦੇ ਨੇ ਤੇ ਉੱਥੇ ਸਾਰਾ ਸਲਾਹ ਮਸ਼ਵਰਾ ਕਰਕੇ ਪ੍ਰੋਪੋਗੰਡਾ ਕਰਕੇ ਤੇ ਇਹ ਬੰਦਿਆਂ ਦਾ ਨਜਾਇਜ਼ ਕਤਲ ਕਰਵਾਉਣ ਡਿਆ ਇਹ ਬੈਠਾ ਹੋਇਆ। ਸਾਨੂੰ ਕੁਝ ਜ਼ਰਾਏ ਤੋਂ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਅਰਸਾ ਪਹਿਲੇ ਉਮਰ ਫਾਰੂਕ ਦੀ ਗਰਦਨ ਤੇ ਵਾਰ ਕੀਤਾ ਗਿਆ ਸੀ, ਸ਼ਾਹਰਗ ਕੱਟ ਦਿੱਤੀ ਗਈ ਸੀ। ਉਹਦੀ ਸ਼ਾਹਰਗ ਕੱਟਣ ਦੇ ਪਿੱਛੇ ਵੀ ਕੋਈ ਤੁਹਾਡਾ ਹੱਥ ਹੈਗਾ ਸੀ? ਨਹੀਂ ਜਨਾਬ, ਅਗਰ ਸਾਡਾ ਕੋਈ ਹੱਥ ਹੈ ਸੀ ਤੇ ਸਾਡੇ ਤੇ ਕੋਈ FIR ਕੋਈ ਸਾਬਤ ਕਰਨ ਜੀ, ਕੋਈ ਮੁਕੱਦਮਾ ਦਰਜ ਆ ਸਾਡੇ ਤੇ ਉਹ ਵੀ ਸਾਬਤ ਕਰਨ। ਇਹ ਜਿਹੜੀ ਇਹਦੀ ਗਰਦਨ ਕੱਟੀ ਦੀ FIR ਹੈ, ਉਹਦੇ ਚ 2 ਨਾਮਜ਼ਦ ਮੁਲਜ਼ਮ ਨੇ, ਅਮਜਦ ਤੇ ਸਫਦਰ। ਇਹ ਤੁਹਾਡੇ ਕੀ ਲੱਗਦੇ ਨੇ? ਸਾਡਾ ਇਹਨਾਂ ਨਾਲ ਕੋਈ ਤਾਲੁਕ ਨਹੀਂ ਜੀ, ਉਹ ਕੋਈ ਹੋਰ ਬਰਾਦਰੀ ਹੈ, ਟੋਬੇ ਦੇ ਰਹਿਣ ਵਾਲੇ, ਬਲਕਿ ਇਹਦੇ ਸਾਥੀ ਸਨ ਇਹ ਪਹਿਲੇ, ਜਦੋਂ ਇਕੱਠੇ ਵਾਰਦਾਤਾਂ ਵਗੈਰਾ ਕਰਦੇ ਸੀ ਪਹਿਲੇ। ਇਹ ਜਿੰਨੇ ਵੀ ਕਤਲੋ ਗਾਰਤ ਹੁੰਦੀ ਸੀ ਇਧਰੋਂ ਕਰਕੇ ਟੋਬੇ ਚਲੇ ਜਾਂਦੇ ਸੀ। ਉਹ ਉੱਥੋਂ ਟੋਬੇ ਦੇ ਮੁੰਡੇ ਸੀ, ਉਹ ਇਹਦੇ ਨਾਲ ਹੀ ਆਂਦੇ ਜਾਂਦੇ ਸੀ, ਇੱਥੇ ਰਹਿੰਦੇ ਸੀ ਇਹਦੇ ਕੋਲ ਹੀ। ਕਤਲੋ ਗਾਰਤ ਕੀਤੀ, ਉਧਰੋਂ ਕੀਤੀ, ਇੱਧਰ ਆ ਗਏ, ਇੱਧਰੋਂ ਕੀਤੀ, ਉਧਰ ਚਲੇ ਗਏ। ਹੁਣ ਵੀ ਇਹੀ ਸਿਸਟਮ ਚੱਲਣ ਡਿਆ ਜੀ। ਔਰ ਅੰਦਰ ਬੈਠਿਆਂ ਇਹ ਪੂਰਾ ਆਪਣਾ ਨੈਟਵਰਕ ਚਲਾਉਣ ਡਿਆ। ਜਦੋਂ ਪੇਸ਼ੀ ਤੇ ਆਂਦਾ, ਬਲਕਿ 20 ਮਿੰਟ ਸਾਡੀ ਜੇਲ੍ਹ ਚੋਂ ਵੀ ਮੇਰਾ ਖਿਆਲ ਗੱਲ ਕਰਾਈ ਜਾ ਰਹੀ ਹੈ ਜੀ। अच्छा जी, ਹਾਂਜੀ 20 ਮਿੰਟ ਤਕਰੀਬਨ ਇਹਨੂੰ ਡੇਲੀ ਗੱਲ ਕਰਵਾਈ ਜਾ ਰਹੀ है। आईजी साहब, ये आपके लिए बड़ी शॉकिंग न्यूज़ है। आपके पास अगर वक्त हो तो आप सेंट्रल जेल फैसलाबाद का रिकॉर्ड चेक कर लें कि ये मुलज़म जो उमर फ़ारूक नामी मुलज़म जो 302 कत्ल के मुकदमे का इश्तिहारी था, जब इस पर हमला किया गया इसके साथियों की जानिब से, तो उसके बाद ये गिरफ़्तार हुआ और ये गिरफ़्तार होने के बाद जेल से बैठकर जो है वो लोगों को कत्ल करवा रहा है। 20-20, 25-25 मिनट जेल से इसकी फ़ोन कॉलिंग इसके गिरोह के साथ इसकी बातें की करवाई जा रही हैं, ताकि वो बाहर बैठकर या अंदर बैठकर जो है वो लोगों का कत्लेआम करवाया जाए। नदीम साहब, सोशल मीडिया पे एक ऑडियो बड़ी वायरल हैगी है कि आपके जो 4 अफराद कत्ल हुए हैं, इनको कत्ल करने वाला मुलज़म जो शायद आपने नामज़द भी है आपके मुकदमे में, तोकीर और दन्ना, इसका क्या ताल्लुक है और ये क्यों कह रहा है कि जी मैंने आपके 4 अफराद को कत्ल किया है? ये सारा ग्रुप जो है ना जी इकट्ठा है, ये उसको बचाने के लिए सब कुछ कर रहा है। ये तोकीर उमर फारूक का मामू है? नहीं जी, कोई मामू नहीं जी ਉਹਦਾ। लेकिन वो तो अपनी ऑडियो च कह रहे कि मेरा भांजा है, मेरा मैं ਉਹਦਾ ਮਾਮੂ ਹਾਂ। ਸਾਰਾ ਬਕਵਾਸ ਕਰ ਰਿਹਾ ਜੀ, ਪੈਸੇ ਖਾਂਦਾ। ਇਹ ਗੈਂਗ ਆ ਜੀ, ਇੱਕ ਜੱਟ ਫੈਮਿਲੀ ਨੇ ਬਣਾਇਆ ਹੋਇਆ ਜੀ। ਇਹ ਗੈਂਗ ਆ, ਖੋਹ ਖਿੰਝ ਕੇ ਜਿਹੜੇ ਲਿਆਉਂਦੇ ਨੇ ਉਹ ਇਹਨੂੰ ਫੜਾਉਂਦੇ ਨੇ। ਇਹ ਜਿਹੜਾ ਧੰਨਾ ਸੀ ਇਹ ਉਹਨਾਂ ਦੀਆਂ ਰਾਈਫਲਾਂ ਵਗੈਰਾ ਸਾਂਭਦਾ ਸੀ, ਉਹਨਾਂ ਨੂੰ ਸਾਂਭਦਾ ਸੀ ਜਿਹੜੇ ਲੁੱਟ ਖੁੱਟ ਕੇ ਲਿਆਉਂਦੇ ਨੇ ਜੀ ਗਰੀਬ ਬੰਦਿਆਂ ਕੋਲੋਂ, ਤੇ ਉਹ ਇਹ ਸਾਂਭਦਾ ਵਾ ਧੰਨਾ ਜਿਹੜਾ।